ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਖੀ ਭਗਤ ਕਬੀਰ ਜੀ। ਬ੍ਰਾਹਮਣ ਨੂੰ ਸਿੱਖਿਆ ਤੇ ਜਾਤੀ ਅਭਿਮਾਨ ਦਾ ਖੰਡਨ। ਕਾਂਸ਼ੀ ਦੇ ਵਿੱਚ ਬ੍ਰਾਹਮਣਾਂ ਦਾ ਰਾਜ ਸੀ। ਨੀਚ ਜਾਤੀਆਂ ਨੂੰ ਬ੍ਰਾਹਮਣ ਬਹੁਤ ਤੰਗ ਕਰਦੇ ਸਨ। ਜਾਤੀ ਹੰਕਾਰ ਅੰਨਾ ਸੀ। ਗੰਗਾ ਇਸ਼ਨਾਨ ਕਰਨ ਵਾਲੇ ਘਾਟਾਂ ਉੱਤੇ ਦਿਨ ਦੇ 12 ਵਜੇ ਤੱਕ ਕੋਈ ਅਛੂਤ ਨਹੀਂ ਸੀ ਜਾ ਸਕਦਾ, ਤਾਂ ਕਿ ਉਹ ਕਿਸੇ ਉੱਚ ਜਾਤੀ ਵਾਲੇ ਦੇ ਮੱਥੇ ਲੱਗ ਜਾਵੇ ਤਾਂ ਬ੍ਰਾਹਮਣ ਨੂੰ ਮੁੜ ਕੇ ਇਸ਼ਨਾਨ ਕਰਨਾ ਪੈਂਦਾ ਸੀ। ਛੂਤ ਛਾਤ ਬਹੁਤ ਵਧੀ ਹੋਈ ਸੀ। ਬ੍ਰਾਹਮਣ ਨੇ ਮਨੁੱਖ ਨੂੰ ਜਾਤੀਆਂ ਦੀਆਂ ਵੰਡੀਆਂ ਪਾ ਕੇ ਮਹਾਪਾਪ ਕੀਤਾ ਹੋਇਆ ਸੀ। ਕਬੀਰ ਜੀ ਇੱਕ ਪਹਿਰ ਰਾਤ ਰਹਿੰਦੇ ਗੰਗਾ ਤੇ ਇਸ਼ਨਾਨ ਕਰਨ ਜਾਇਆ ਕਰਦੇ ਸਨ। ਹਨੇਰੇ ਹੀ ਇਸ਼ਨਾਨ ਕਰਕੇ ਮੁੜ ਆਉਂਦੇ। ਰਾਹ ਵਿੱਚ ਕਿਸੇ ਨਾਲ ਕੋਈ ਗੱਲ ਨਾ ਕਰਦੇ, ਬਸ ਰਾਮ ਰਾਮ ਜੇਬਾ ਰਟੀ ਜਾਂਦੀ, ਰਾਮ ਨੂੰ ਹੀ ਅੱਖਾਂ ਵੇਖਦੀਆਂ। ਸਬੱਬ ਨਾਲ ਇੱਕ ਦਿਨ ਕਬੀਰ ਜੀ ਕੁਛ ਪਛੜ ਗਏ। ਇਸ ਕਰਕੇ ਨਹੀਂ, ਆਲਸੀਆਂ ਵਾਂਗ ਸੁੱਤੇ ਹੀ ਨਹੀਂ ਉੱਠੇ, ਸਗੋਂ ਸਮਾਧੀ ਵਿੱਚ ਮਗਨ ਰਹੇ। ਸਰਬ ਸ਼ਕਤੀਮਾਨ ਪਰਮਾਤਮਾ ਦੇ ਨਾਲ ਲਿਵ ਜੁੜੀ ਰਹੀ। ਦਿਨ ਚੜ੍ਹ ਗਿਆ। ਸੂਰਜ ਚੜ੍ਹਨ ਦੇ ਘੰਟਾ ਕੁ ਸਮਾਂ ਰਹਿੰਦਾ ਸੀ। ਉਹਨਾਂ ਦੀ ਸਮਾਧੀ ਖੁੱਲੀ। ਚੇਤਾ ਆਇਆ ਕਿ ਇਸ਼ਨਾਨ ਵੀ ਕਰਨਾ ਹੈ। ਆਸਣ ਤੋਂ ਉੱਠ ਕੇ ਵਾਹੋ ਦਾ ਹੀ ਇਸ਼ਨਾਨ ਕਰਨ ਨੂੰ ਤੁਰ ਪਏ। ਗੰਗਾ ਦੇ ਨੇੜੇ ਆਏ। ਜਾ ਘਾਟ ਦੀਆਂ ਪੌੜੀਆਂ ਉਤਰਨ ਲੱਗੇ ਤਾਂ ਇਸ਼ਨਾਨ ਕਰਕੇ ਮੁੜਿਆ ਆ ਰਿਹਾ ਇੱਕ ਬ੍ਰਾਹਮਣ ਅੱਗੋਂ ਮਿਲ ਪਿਆ। ਉਸਦੇ ਮੱਥੇ ਤੇ ਤਿਲਕ ਲਾਏ ਹੋਏ ਸਨ। ਕਈ ਮਾਲਾ ਗਲ 'ਚ ਪਾਈਆਂ ਹੋਈਆਂ ਸਨ। ਉਸ ਬ੍ਰਾਹਮਣ ਨੇ ਕਬੀਰ ਜੀ ਨੂੰ ਪਛਾਣ ਲਿਆ। ਪਛਾਣਦੇ ਸਾਰ ਹੀ ਬ੍ਰਾਹਮਣ ਦੇ ਮਾਪੇ ਮਰ ਗਏ। ਉਸਦਾ ਸੁੱਕੜ ਜਿਹਾ ਸਰੀਰ ਕੰਬ ਗਿਆ। ਉਹ ਕ੍ਰੋਧ ਨਾਲ ਬੋਲਿਆ, ਓਏ ਕਬੀਰਾ, ਸ਼ੂਦਰ ਹੋ ਕੇ ਮੇਰੇ ਮੱਥੇ ਇਸ਼ਨਾਨ ਘਾਟ ਉੱਤੇ ਆ ਲੱਗਾ ਹੈ। ਇਸ਼ਨਾਨ ਮੁੜ ਕੇ ਕਰਨਾ ਪਿਆ। ਮੈਂ ਤਾਂ ਮੰਦਰ ਵਿੱਚ ਠਾਕੁਰ ਦੀ ਪੂਜਾ ਕਰਨੀ ਸੀ। ਕਬੀਰ ਨੇ ਕੋਈ ਉੱਤਰ ਨਹੀਂ ਦਿੱਤਾ, ਚੁੱਪਚਾਪ ਖਲੋ ਗਿਆ। ਪੰਡਤ ਮੁੜ ਕੇ ਇਸ਼ਨਾਨ ਕਰਨ ਵਾਸਤੇ ਗੰਗਾ ਵੱਲ ਮੁੜਿਆ। ਪਰਮਾਤਮਾ ਦੇ ਭਗਤ ਕਬੀਰ ਨੇ ਬ੍ਰਾਹਮਣ ਨੂੰ ਸਿੱਖਿਆ ਦੇਣੀ ਸੀ। ਬ੍ਰਾਹਮਣ ਅੰਨਾ ਸੀ। ਉਸ ਅੰਨੇ ਨੂੰ ਸੁਜਾਖਾ ਕਰਨਾ ਸੀ। ਭਰਮਾਂ ਦੇ ਕੋਲਿਆਂ ਦੇ ਨਾਲ ਬ੍ਰਹਮਾ ਦੀ ਆਤਮਾ ਕਾਲੀ ਹੋ ਚੁੱਕੀ ਸੀ। ਉਸ ਨੂੰ ਸਾਫ਼ ਕਰਨ ਦੀ ਅਤੀ ਲੋੜ ਸੀ। ਜਿੱਥੇ ਬ੍ਰਾਹਮਣ ਮਿਲਿਆ ਸੀ ਉਸੇ ਪੌੜੀ ਤੇ ਕਬੀਰ ਜੀ ਬੈਠ ਗਏ। ਧਿਆਨ ਪੰਡਤ ਜੀ ਦੇ ਵੱਲ ਰੱਖਿਆ ਕਿ ਕਦੋਂ ਆਉਂਦਾ ਹੈ। ਪੰਡਤ ਦੁਬਾਰਾ ਇਸ਼ਨਾਨ ਕਰਕੇ ਪਿੱਛੇ ਮੁੜਿਆ। ਬ੍ਰਾਹਮਣ ਨੂੰ ਦੂਰੋਂ ਆਉਂਦਾ ਵੇਖ ਕਬੀਰ ਜੀ ਹੁਸ਼ਿਆਰ ਹੋ ਗਏ। 2 ਪੌੜੀਆਂ ਹੇਠਾਂ ਹੋ ਕੇ ਕਬੀਰ ਜੀ ਨੇ ਉਸ ਬ੍ਰਾਹਮਣ ਦਾ ਨਾਂ ਲੈ ਕੇ ਜਾਂ ਰਾਮ ਸਤ ਬੁਲਾਈ, ਮੁਕੰਦਾ ਜੀ, ਰਾਮ ਰਾਮ। ਇੱਕ ਸਿਆਲ ਦੇ ਦਿਨ, ਦੂਜਾ ਗੰਗਾ ਦਾ ਸ਼ੀਤਲ ਜਲ, ਤੀਜਾ ਪੰਡਤ ਨੂੰ ਇਸ਼ਨਾਨ ਕਰਨਾ ਪਿਆ ਦੁਬਾਰਾ, ਚੌਥਾ ਪੰਡਤ ਸਰੀਰ ਤੇ ਮਨ ਦਾ ਸੁੱਚਾ ਹੋਇਆ ਤੇ ਪੰਜਵਾਂ 2 ਵਾਰੀ ਗੰਗਾ ਦੀਆਂ ਪੌੜੀਆਂ ਚੜ੍ਹਦਿਆਂ ਉਤਰਦਿਆਂ ਹੋਇਆਂ ਉਹਦੀਆਂ ਲੱਤਾਂ ਫੁੱਲ ਗਈਆਂ ਤੇ 6ਵਾਂ ਮੱਥੇ ਲੱਗ ਗਿਆ ਸ਼ੂਦਰ ਜਾਤੀ ਦਾ ਕਬੀਰ। ਇਹ 6 ਕਾਰਨਾਂ ਕਾਰਨ ਮੁਕੰਦਾ ਪੰਡਤ ਤਾਂ ਆਪੇ ਤੋਂ ਬਾਹਰ ਹੋ ਗਿਆ। ਉਹ ਤਾਂ ਉੱਚੀ ਉੱਚੀ ਕਬੀਰ ਜੀ ਨੂੰ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢਣ ਲੱਗ ਪਿਆ। ਹਨੇਰ ਪੈ ਗਿਆ, ਕੋਈ ਨਹੀਂ ਸੁਣਦਾ। ਸ਼ੂਦਰ ਬ੍ਰਾਹਮਣ ਦੇ ਮੱਥੇ ਲੱਗਣ ਦਾ ਹੀਆਂ ਕਰਨ ਲੱਗ ਪਏ ਨੇ। ਕਲਯੁਗ ਮਹਾਕਲਯੁਗ ਆ ਗਿਆ। ਉੱਚੀ ਉੱਚੀ ਮੁਕੰਦਾ ਚਲਾਉਣ ਲੱਗਿਆ। ਹੋਰ ਲੋਕ ਇਕੱਠੇ ਹੋ ਗਏ। 5-7 ਬ੍ਰਾਹਮਣ ਵੀ ਆ ਗਏ। ਬ੍ਰਾਹਮਣਾਂ ਨੇ ਨੀਤੀ ਧਾਰੀ ਕੇ ਕਬੀਰ ਨੂੰ ਕੁੱਟੀਏ। ਇੱਕ ਤਾਂ ਸ਼ੂਦਰ ਹੋ ਕੇ ਧਰਮ ਪ੍ਰਚਾਰ ਕਰਦਾ, ਆਪਣਾ ਧਰਮ ਚਲਾਉਣਾ ਚਾਹੁੰਦਾ। ਦੂਜਾ ਰੋਜ਼ ਸਵੇਰੇ ਉਸੇ ਘਾਟ ਤੇ ਇਸ਼ਨਾਨ ਕਰਦਾ ਜਿੱਥੇ ਬ੍ਰਾਹਮਣ ਇਸ਼ਨਾਨ ਕਰਦੇ ਨੇ। ਪਰ ਕਬੀਰ ਦਾ ਰਾਮ ਕਬੀਰ ਨੂੰ ਬਚਾਉਂਦਾ ਸੀ। ਰਾਮ ਨੇ ਬ੍ਰਾਹਮਣਾਂ ਦੀਆਂ ਬਾਹਾਂ ਉੱਪਰ ਉੱਠਣ ਨਾ ਦਿੱਤੀਆਂ। ਉਹਨਾਂ ਨੂੰ ਹੌਸਲਾ ਹੀ ਨਾ ਪਿਆ ਕਿ ਉਹ ਅੱਗੇ ਹੋ ਕੇ ਕਬੀਰ ਨੂੰ ਮਾਰਨ। ਉਹਨਾਂ ਦਾ ਲਹੂ ਠੰਡਾ ਹੋ ਗਿਆ। ਕਬੀਰ ਜੀ ਦਾ ਸੁਭਾਅ ਸੀ ਕਿ ਜਦੋਂ ਕਦੇ ਇਹੋ ਜਿਹੀ ਘਟਨਾ ਵਾਪਰਦੀ ਤਾਂ ਉਹ ਘਬਰਾਉਂਦੇ ਤੇ ਨਾ ਡਰਦੇ, ਸਗੋਂ ਅਡੋਲ ਖਲੋਤੇ ਤੇ ਮੁਸਕਰਾਉਂਦੇ ਰਹਿੰਦੇ। ਹਾਸੇ ਦੀ ਲਹਿਜੇ ਦੇ ਵਿੱਚ ਹੀ ਅਗਲੇ ਨੂੰ ਉਪਦੇਸ਼ ਕਰਦੇ। ਲੋਕਾਂ ਨੂੰ ਇਕੱਠਿਆਂ ਹੋਇਆਂ ਵੇਖ ਕੇ ਕਬੀਰ ਜੀ ਨੇ ਗਿਆਨ ਚਰਚਾ ਸ਼ੁਰੂ ਕਰ ਦਿੱਤੀ। ਬਾਣੀ ਰਾਹੀਂ ਪੰਡਤ ਮੁਕੰਦ ਤੇ ਸਵਾਲ ਤੇ ਜਵਾਬ ਕੀਤੇ। ਗਰਭਵਾਸ ਮਹਿ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਕਹੁਰੇ ਪੰਡਿਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕਹਿ ਜਨਮ ਮਤ ਖੋਏ। ਰਹਾਓ, ਸੁਣੋ ਬ੍ਰਾਹਮਣ ਦੇਵਤਾ ਜੀ, ਮਾਂ ਦੇ ਪੇਟ 'ਚ ਜਦੋਂ ਤੂੰ ਸੈਂ ਉਦੋਂ ਤਾਂ ਨਾ ਤੇਰੀ ਕੁੱਲ ਸੀ ਨਾ ਜਾਤ। ਬ੍ਰਹਮਾ ਦੇ ਬਣਾਏ ਹੋਏ ਸਾਰੇ ਜੀਵ ਜਨਮ ਲੈਂਦੇ ਨੇ। ਅੱਛਾ ਭਲਾ ਇਹ ਦੱਸ ਸਕਦਾ ਹੈ ਕਿ ਬ੍ਰਾਹਮਣ ਕਦੋਂ ਦੇ ਹੋਏ ਨੇ? ਕੀ ਵਾਹਿਗੁਰੂ ਨੇ ਤੁਹਾਨੂੰ ਸ਼ੁਰੂ ਤੋਂ ਹੀ ਬ੍ਰਾਹਮਣ ਬਣਾ ਕੇ ਭੇਜਿਆ ਹੈ? ਮੂਰਖ, ਐਵੇਂ ਬ੍ਰਾਹਮਣ ਬ੍ਰਾਹਮਣ ਆਖ ਕੇ ਕਿਉਂ ਜਨਮ ਅਕਾਰਥ ਗਵਾਉਂਦਾ ਹੈ? ਜਨਮ ਤੋਂ ਨਾ ਕੋਈ ਸ਼ੂਦਰ ਹੈ ਨਾ ਬ੍ਰਾਹਮਣ। ਇਹ ਸਭ ਭੁਲੇਖੇ ਤੇ ਵੰਡਾਂ ਜਨਤਾ ਨੂੰ ਲੁੱਟਣ ਵਾਸਤੇ ਆਪ ਤੁਹਾਡੀਆਂ ਉਤਪੰਨ ਕੀਤੀਆਂ ਹੋਈਆਂ ਨੇ। ਮੁਕੰਦਾ ਵੀ ਬੜਾ ਝਗੜਾਲੂ ਸੀ। ਉਸਨੂੰ ਤਾਂ ਪੁੱਠੀਆਂ ਸਿੱਧੀਆਂ ਬਹਿਸਾਂ ਕਰਦਿਆਂ ਹੋਇਆਂ 50 ਸਾਲ ਬੀਤ ਗਏ ਸੀ।
ਉਹ ਆਖਣ ਲੱਗਾ, ਕਬੀਰਾ ਦੇਖ ਕਿਉਂ ਪੁੱਠੀਆਂ ਗੱਲਾਂ ਕਰਦਾ, ਲੋਕਾਂ ਨੂੰ ਕੁਰਾਹੇ ਪਾਉਣ ਦਾ ਕੀ ਲਾਭ। ਮੈਂ ਬ੍ਰਾਹਮਣ ਨਹੀਂ। ਜਦੋਂ ਮੇਰਾ ਬਾਪ ਦਾਦਾ ਤੇ ਨੱਕੜ ਦਾਦਾ ਬ੍ਰਾਹਮਣ ਸੀ, ਮੇਰੀ ਮਾਂ ਬ੍ਰਾਹਮਣੀ ਸੀ, ਮਾਤਾ ਬ੍ਰਾਹਮਣੀ ਤੇ ਬਾਪ ਬ੍ਰਾਹਮਣ ਹੋਏ ਤਾਂ ਮੈਂ ਵੀ ਕੁਦਰਤੀ ਬ੍ਰਾਹਮਣ ਹੀ ਹਾਂ। ਗ੍ਰੰਥਾਂ ਦੀਆਂ ਲਿਖਤਾਂ ਤੇ ਸਮਾਜ ਦੇ ਰਿਵਾਜਾਂ ਦੇ ਅਨੁਸਾਰ ਜੇ ਮੈਂ ਬ੍ਰਾਹਮਣ ਨਹੀਂ ਤਾਂ ਹੋਰ ਕੀ ਹਾਂ। ਕਬੀਰ ਹੱਸ ਪਿਆ। ਹੱਸ ਕੇ ਆਖਣ ਲੱਗਾ, ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲਹੂ ਤੁਮ ਕਤ ਦੂਧ। ਸੁਣ ਮੁਕੰਦੇ, ਜੇ ਤੂੰ ਬ੍ਰਾਹਮਣੀ ਦੇ ਪੇਟੋਂ ਬ੍ਰਾਹਮਣ ਜੰਮਿਆ ਤਾਂ ਤੂੰ ਜਨਮ ਕਿਸੇ ਹੋਰ ਰਾਹੇ ਕਿਉਂ ਨਹੀਂ ਲਿਆ। ਕਬੀਰ ਜੀ ਦਾ ਭਾਵ ਹੈ ਕਿ ਸ਼ੂਦਰ, ਵੈਸ਼, ਖੱਤਰੀ ਤੇ ਬ੍ਰਾਹਮਣ ਸਾਰੇ 9 ਮਹੀਨੇ ਮਾਂ ਦੇ ਪੇਟ ਵਿੱਚ ਰਹਿੰਦੇ ਹਨ। ਪਰਮਾਤਮਾ ਸਭ ਨੂੰ ਪਾਲਦਾ ਹੈ, ਇੱਕ ਸਮਾਨ ਰੋਜੀ ਦਿੰਦਾ ਹੈ। ਜਦੋਂ 9 ਮਹੀਨੇ ਪੂਰੇ ਹੁੰਦੇ ਹਨ ਤਾਂ ਕੁਦਰਤ ਨੇ ਜੋ ਰਾਹ ਬੱਚੇ ਤੇ ਬਾਹਰ ਆਉਣ ਦੇ ਲਈ ਬਣਾਇਆ, ਉਸ ਰਾਹ ਦੇ ਰਾਹੀਂ ਬੱਚਾ ਬਾਹਰ ਆਉਂਦਾ ਹੈ। ਜੇ ਕਰਤਾਰ ਨੇ ਜਾਤੀ ਦੀ ਵੰਡ ਕੀਤੀ ਹੁੰਦੀ, ਭਾਵ ਉੱਚੇ ਤੇ ਨੀਵੇਂ ਪੈਦਾ ਕੀਤੇ ਹੁੰਦੇ, ਤਾਂ ਉੱਚੀਆਂ ਜਾਤਾਂ ਤੇ ਜਨਮ ਵਾਸਤੇ ਕੋਈ ਵੱਖਰਾ ਰਾਹ ਹੁੰਦਾ। ਜੇ ਕੋਈ ਅੱਡਰਾ ਰਾਹ ਨਹੀਂ ਹੈ ਤਾਂ ਸਮਝੋ ਸਾਰੇ ਜੀਵ ਇੱਕੋ ਹੀ ਹਨ, ਕੋਈ ਅਛੂਤ ਨਹੀਂ ਹੈ ਤੇ ਕੋਈ ਪੂਜਿਆ ਨਹੀਂ ਹੈ। ਇਹ ਮਨੁੱਖ ਕਰਮ ਦੇ ਨਾਲ ਹੀ ਉੱਚੇ ਨੀਵੇਂ ਰਹਿੰਦੇ ਹਨ। ਫਿਰ ਕਬੀਰ ਜੀ ਕਹਿੰਦੇ ਨੇ, ਸੁਣ ਮੁਕੰਦੇ, ਤੂੰ ਕਿਸ ਤਰ੍ਹਾਂ ਬ੍ਰਾਹਮਣ ਹੈ, ਅਸੀਂ ਕਿਵੇਂ ਸ਼ੂਦਰ ਹਾਂ। ਜੇ ਸਾਡੀਆਂ ਨਾੜਾਂ 'ਚ ਲਹੂ ਹੈ ਤਾਂ ਕੀ ਤੇਰੀਆਂ ਨਾੜਾਂ ਦੇ ਵਿੱਚ ਦੁੱਧ ਹੈ। ਤੇਰੀਆਂ ਨਾੜਾਂ ਵਿੱਚ ਵੀ ਉਹੀਓ ਲਹੂ ਹੈ ਜੋ ਮੇਰੀਆਂ ਨਾੜਾਂ ਦੇ ਵਿੱਚ। ਜੋ ਮਨੁੱਖ ਸੰਸਾਰ ਦੇ ਨੇ, ਸਭ ਦਾ ਲਹੂ ਮਾਸ ਹੱਡ ਵਾਂਗ ਦੰਦਾਂ ਜੀਭਾਂ ਸਭ ਇੱਕ ਸਮਾਨ ਹੈ। ਦੇਸ਼ ਕਾਲ ਤੇ ਜਲਵਾਯੂ ਦੇ ਸੁਭਾਅ ਦੇ ਅਨੁਸਾਰ ਚਮੜੀ ਦਾ ਰੰਗ ਕਾਲਾ ਹੈ, ਕੋਈ ਰੱਤਾ ਗੋਰਾ ਹੈ, ਕਿਸੇ ਦਾ ਕੱਦ ਉੱਚਾ ਹੈ, ਕੋਈ ਮਧਰਾ ਹੈ। ਇਹ ਜਾਤ ਦਾ ਪਖੰਡ ਸੰਸਾਰ ਦੇ ਜੀਆਂ ਨੂੰ ਧੋਖਾ ਦੇਣ ਵਾਲਾ ਹੈ। ਇਸ ਜਾਤੀ ਵੰਡ ਨੇ ਭਾਰਤ ਦੇ ਵਿੱਚ ਵੈਰ ਦਾ ਵਾਧਾ ਕੀਤਾ ਹੈ। ਹਿੰਦੂ, ਮੁਸਲਮਾਨ, ਬ੍ਰਾਹਮਣ ਤੇ ਸ਼ੂਦਰ ਦੇ ਝਗੜੇ ਨਿੱਤ ਰਹਿੰਦੇ ਹਨ। ਪਰਮਾਤਮਾ ਦਾ ਪੁੱਤਰ ਮਨੁੱਖ ਆਪਣੇ ਹੀ ਵੀਰਾਂ ਦਾ ਦੁਸ਼ਮਣ ਹੈ। ਹੇ ਪੰਡਤ, ਸਮਾਂ ਤੈਨੂੰ ਕੂਕ ਕੂਕ ਕੇ ਪੁਕਾਰ ਰਿਹਾ ਹੈ। ਇਹ ਝਗੜੇ ਛੱਡੋ, ਹਰ ਮਨੁੱਖ ਨੂੰ ਆਪਣਾ ਵੀਰ ਸਮਝ ਕੇ ਉਸ ਦਾ ਸਤਿਕਾਰ ਕਰੋ। ਕਹਿ ਕਬੀਰ, ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਅਤ ਹੈ ਹਮਾਰ। ਕਬੀਰ ਜੀ ਆਖਦੇ ਨੇ, ਜਿਹੜਾ ਪਰਮਾਤਮਾ ਬ੍ਰਹਮ ਦੀ ਵਿਚਾਰ ਕਰਦਾ ਹੈ, ਰੱਬੀ ਗਿਆਨ ਦਾ ਗਿਆਨੀ ਹੈ। ਅਸਾਂ ਦੇ ਮਤ ਵਿੱਚ ਉਸ ਨੂੰ ਬ੍ਰਾਹਮਣ ਆਖਦੇ ਨੇ, ਭਾਵ ਜਨਮ ਕਰਕੇ ਕਿਸੇ ਨੂੰ ਬ੍ਰਾਹਮਣ ਨਹੀਂ ਆਖੀਦਾ। ਜਿਹੜੇ ਵਿੱਦਿਆ ਪੜ੍ਹ ਕੇ ਬ੍ਰਹਮਾ ਵਾਹਿਗੁਰੂ ਨੂੰ ਜਾਣਦੇ, ਉਹਨਾਂ ਦਾ ਸਿਮਰਨ ਕਰਦੇ, ਵਾਹਿਗੁਰੂ ਦੀ ਸਾਜੀ ਸ੍ਰਿਸ਼ਟੀ ਤੇ ਜੀਵਾਂ ਦੇ ਨਾਲ ਪਿਆਰ ਕਰੇ, ਅਸਲ ਵਿੱਚ ਉਹ ਬ੍ਰਾਹਮਣ ਹੈ। ਛੂਤ ਛਾਤ ਨੂੰ ਮੰਨਣ ਵਾਲੇ, ਮਨੁੱਖਤਾ ਦੇ ਨਾਲ ਘਿਰਨਾ ਕਰਨ ਵਾਲੇ ਪੰਡਤ ਇਹ ਬ੍ਰਾਹਮਣ ਨਹੀਂ, ਭੇਖੀ ਹਨ। ਕਬੀਰ ਦੇ ਇਨ੍ਹਾਂ ਬਚਨਾਂ ਦਾ ਉੱਤਰ ਪੰਡਤ ਦੇ ਕੋਲੇ ਕੋਈ ਨਹੀਂ ਸੀ। ਉਹ ਤਾਂ ਜਨਮ ਦਾ ਬ੍ਰਾਹਮਣ ਸੀ। ਨਿਰਾ ਮਸੰਦ ਪੰਡਤ ਕੋਲ ਹੀ ਨਹੀਂ, ਸਗੋਂ ਕੋਈ ਸੰਸਾਰ ਦਾ ਪੁਰਸ਼ ਇਸ ਅਟੱਲ ਸੱਚਾਈ ਦੇ ਉਲਟ ਕੋਈ ਦਲੀਲ ਨਹੀਂ ਸੀ ਦੇ ਸਕਦਾ। ਜਾਤਾਂ, ਗੋਤਾਂ, ਕੁਲਾਂ ਤੇ ਮਤਾਂ ਦਾ ਕਰਤਾ ਮਨੁੱਖ ਹੈ, ਪਰਮਾਤਮਾ ਨਹੀਂ। ਸੱਚਾਈ ਨੂੰ ਸੁਣ ਕੇ ਬਨਾਰਸ ਦੇ ਬ੍ਰਾਹਮਣ ਪਿੱਟ ਉੱਠੇ, ਕਿਉਂਕਿ ਜੋ ਹਨੇਰੇ ਦੀ ਚਾਦਰ ਤਾਣ ਕੇ ਉਹ ਭੋਲੇ ਭਾਲੇ ਗ੍ਰਹਿਸਥੀਆਂ ਨੂੰ ਲੁੱਟ ਰਹੇ ਸਨ, ਉਹ ਕਾਲੀ ਚਾਦਰ ਨੂੰ ਕਬੀਰ ਜੀ ਨੇ ਲੀਰੋਂ ਲੀਰ ਕਰ ਦਿੱਤਾ ਸੀ। ਉਹ ਸਾਰੇ ਭੁਲੇਖੇ ਦੂਰ ਕਰਕੇ ਕਰੋੜਾਂ ਮਨੁੱਖਾਂ ਦਾ ਪੁਨਰ ਜਨਮ ਕਰਨਾ ਚਾਹੁੰਦੇ ਸਨ। ਹਿੰਦੂਆਂ ਦੇ ਗੜ੍ਹ ਕਾਂਠੀ ਦੇ ਵਿੱਚ ਕਬੀਰ ਦੀ ਮਹਾਨ ਦਲੇਰੀ ਸੀ ਕਿ ਦਲਿਤ ਜਾਤੀਆਂ ਨੂੰ ਉੱਚਤਾ ਤੇ ਸਮਾਨਤਾ ਦਿਵਾਉਣ ਵਾਸਤੇ ਨਾਰਾ ਲਾਇਆ। ਨਿਰੰਤਰ ਹੋ ਕੇ ਪੰਡਤ ਮੁਕੰਦ ਮੁੜ ਕੇ ਗੰਗਾ 'ਚ ਇਸ਼ਨਾਨ ਕਰਨ ਵਾਸਤੇ ਤੁਰ ਗਿਆ। ਭੁੱਲੇ ਬ੍ਰਾਹਮਣ ਨੂੰ ਰਾਹੇ ਪਾਉਣ ਵਾਸਤੇ ਕਬੀਰ ਦੇ ਰਾਮ ਨੇ ਕਬੀਰ ਦੀ ਸਹਾਇਤਾ ਕੀਤੀ। ਜਦੋਂ ਬ੍ਰਾਹਮਣ ਮੁਕੰਦ ਗੰਗਾ ਵਿੱਚ ਇਸ਼ਨਾਨ ਕਰਨ ਲੱਗਾ ਤਾਂ ਭਗਵਾਨ ਦੀ ਮਾਇਆ ਤੇ ਬਲ ਦੇ ਨਾਲ ਕਬੀਰ ਮੁਕੰਦ ਦੇ ਨਾਲ ਇਸ਼ਨਾਨ ਕਰ ਰਿਹਾ ਸੀ। ਜੋ ਮੁਕੰਦ ਨੇ ਦੂਸਰੇ ਪਾਸੇ ਧਿਆਨ ਮਾਰਿਆ ਤਾਂ ਉਧਰ ਵੀ ਕਬੀਰ ਖਲੋਤਾ ਹੱਸ ਰਿਹਾ ਸੀ। ਜਿੱਧਰ ਉਹ ਦੇਖ ਰਿਹਾ ਸੀ ਉਸ ਨੂੰ ਉਧਰ ਹੀ ਕਬੀਰ ਜੀ ਦਿਸੇ। ਨਾਲ ਹੀ ਗੰਗਾ ਵਿੱਚੋਂ ਆਵਾਜ਼ ਆਈ, ਝੂਠੇ ਬ੍ਰਾਹਮਣ ਮੁਕੰਦ, ਕਬੀਰ ਸ਼ੂਦਰ ਨਹੀਂ, ਉਹ ਸੱਚਾ ਬ੍ਰਾਹਮਣ ਹੈ, ਕਿਉਂਕਿ ਉਸਨੇ ਹਰੀ ਨਾਮ ਦਾ ਸਿਮਰਨ ਕੀਤਾ ਹੈ। ਕਬੀਰ ਦੇ ਚਰਨੀ ਪਾਓ ਤੇ ਕਬੀਰ ਤੇਰੇ ਸਾਥ ਰਹੇਗਾ। ਇਹ ਆਵਾਜ਼ਾਂ ਸੁਣ ਕੇ ਮੁਕੰਦਾ ਘਬਰਾ ਗਿਆ। ਅਣਨਹਾਤੇ ਹੀ ਗੰਗਾ ਦੇ ਵਿੱਚੋਂ ਬਾਹਰ ਨਿਕਲਿਆ ਤੇ ਕੰਬਦੀਆਂ ਲੱਤਾਂ ਦੇ ਨਾਲ ਕਾਲੀ ਕਾਲੀ ਪੌੜੀਆਂ ਚੜਨ ਲੱਗਾ। ਜਿੰਨੀ ਕਾਲ ਕਰੇ ਓਨਾ ਹੀ ਠੇਡਾ ਖਾਵੇ, ਪਰ ਅੱਗੇ ਜਾਣ ਦੀ ਥਾਂ ਪਿੱਛੇ ਨੂੰ ਆਵੇ। ਮਾਰ ਮਾਰ ਕੇ ਉੱਪਰਲੀਆਂ ਪੌੜੀਆਂ ਤੇ ਪੁੱਜਾ ਤੇ ਫਿਰ ਅੱਗੋਂ ਫਿਰ ਕਬੀਰ ਖਲੋਤਾ ਸੀ। ਅੱਖਾਂ ਮੀਟ ਕੇ ਕਬੀਰ ਜੀ ਦੇ ਲਾਗਿਓਂ ਅੱਗੇ ਨੂੰ ਨੱਸ ਗਿਆ। ਮੁੜਕੋ ਮੁੜਕੀ ਹੋ ਕੇ ਘਰ ਵੱਲ ਪਹੁੰਚਾ। ਬ੍ਰਾਹਮਣੀ ਨੇ ਚੌਂਕ ਪੂਰ ਕੇ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਸੀ। ਮੁਕੰਦ ਜਾਂਦਾ ਹੀ ਚੌਂਤਰੇ ਵਿੱਚ ਪਏ ਮੂੜੇ ਉੱਤੇ ਬੈਠ ਗਿਆ।
ਪੰਡਤਾਣੀ ਨੇ ਖਾਣੇ ਦਾ ਪਰੋਸਿਆ ਹੋਇਆ ਥਾਲ ਉਸਦੇ ਅੱਗੇ ਰੱਖਿਆ। ਮੁਕੰਦ ਮੁੜਕਾ ਪੂੰਝ ਕੇ ਹੱਥ ਦੁਬਾਰਾ ਸੁੱਚੇ ਕਰਕੇ ਜਾਂ ਪ੍ਰਸ਼ਾਦ ਛਕਣ ਲੱਗਾ ਤਾਂ ਵੇਖੇ ਕਬੀਰ ਜੀ ਉਹਦੇ ਸਾਥ ਬੈਠ ਗਏ। ਉਹ ਵੀ ਪੰਡਤ ਦੇ ਥਾਲ 'ਚੋਂ ਬੁਰਕੀ ਚੁੱਕ ਕੇ ਮੂੰਹ 'ਚ ਪਾ ਰਹੇ ਸਨ। ਕਬੀਰ ਜੀ ਦਾ ਸਰੂਪ ਵੇਖ ਕੇ ਪੰਡਤ ਦੇ ਹੱਥੋਂ ਬੁਰਕੀ ਡਿੱਗ ਪਈ। ਉਹ ਡਰ ਕੇ ਉੱਠ ਬੈਠਾ, ਉੱਠਿਆ ਹੀ ਨਹੀਂ ਸਗੋਂ ਚੌਂਕੇ ਵਿੱਚੋਂ ਬਾਹਰ ਹੋ ਗਿਆ। ਪੰਡਤਾਣੀ ਬਹੁਤ ਹੈਰਾਨ ਸੀ ਕਿ ਉਹਦੇ ਪਤੀ ਨੂੰ ਕੀ ਹੋ ਗਿਆ। ਉਹ ਇਉਂ ਕਿਉਂ ਘਬਰਾਇਆ ਹੋਇਆ ਹੈ? ਕੀ ਇਸ ਦਾ ਦਿਮਾਗ ਤਾਂ ਨਹੀਂ ਫਿਰ ਗਿਆ? ਇਹੋ ਜਿਹੇ ਸੰਸ਼ੇ ਦਿਲ 'ਚ ਕਰਕੇ ਉਸਨੇ ਪੰਡਤ ਨੂੰ ਬਾਹੋਂ ਫੜਿਆ ਤੇ ਪੁੱਛਿਆ, ਪਤੀਦੇਵ ਕੀ ਮਾਮਲਾ ਹੈ? ਕਿਉਂ ਘਬਰਾਏ ਜੇ? ਕੋਈ ਚੀਜ਼ ਗੰਗਾ ਕਿਨਾਰੇ ਭੁੱਲ ਆਏ ਕੀ? ਮੈਂ ਸਭ ਕੁਝ ਭੁੱਲ ਆਇਆ ਹਾਂ, ਅਕਲ ਗਿਆਨ ਭੁੱਲ ਆਇਆ ਹਾਂ। ਜੁਲਾਹਾ ਕਬੀਰ ਮੇਰਾ ਪਿੱਛਾ ਨਹੀਂ ਛੱਡਦਾ। ਉਹ ਮੇਰੇ ਨਾਲ ਰੋਟੀ ਖਾ ਰਿਹਾ ਹੈ। ਉਹ ਸ਼ੂਦਰ ਹੈ, ਮੇਰਾ ਜਨਮ ਭ੍ਰਿਸ਼ਟ ਕਰੀ ਜਾਂਦਾ ਹੈ। ਭਗਵਾਨ! ਆਪਣੇ ਪਤੀ ਦੀ ਜ਼ੁਬਾਨੋਂ ਕਬੀਰ ਦਾ ਨਾਂ ਸੁਣ ਕੇ ਪੰਡਤਾਣੀ ਬਹੁਤ ਪਰੇਸ਼ਾਨ ਹੋਈ। ਉਸਨੂੰ ਪੱਕਾ ਭਰੋਸਾ ਹੋ ਗਿਆ ਕਿ ਉਹਦੇ ਪਤੀ ਨੂੰ ਮਾਲੀਆ ਖੌਲੀਆ ਹੋ ਗਿਆ। ਸਿਆਲ 'ਚ ਇਸ਼ਨਾਨ ਕਰਨ ਜਾਂਦਾ ਹੈ, ਇਸ ਨੂੰ ਠੰਡ ਲੱਗੀ। ਜੇ ਇਹ ਸ਼ੁਦਾਈ ਨਹੀਂ ਹੋਇਆ ਤਾਂ ਇਹ ਕਿਉਂ ਕਹੇ ਸ਼ੂਦਰ ਕਬੀਰ ਮੇਰੇ ਨਾਲ ਰੋਟੀ ਖਾ ਰਿਹਾ ਹੈ ਚੌਂਤਰੇ ਵਿੱਚ? ਤਾਂ ਉਹਦਾ ਹੱਥ ਘੁੱਟ ਕੇ ਫੜਦਿਆਂ ਹੋਇਆ ਆਖਿਆ, ਜੀ ਕੀ ਹੋਇਆ ਜੇ? ਚੌਂਤਰੇ ਵਿੱਚ ਛੱਡਿਆ ਘਰ ਵਿੱਚ ਕੋਈ ਤੀਸਰਾ ਪੁਰਸ਼ ਨਹੀਂ। ਬਾਹਰਲਾ ਬੂਹਾ ਮੈਂ ਮਾਰ ਆਈ ਹਾਂ, ਕੋਈ ਆਇਆ ਹੀ ਨਹੀਂ। ਤੁਹਾਡੇ ਕੋਲੇ ਕੌਣ ਆ ਗਿਆ? ਐਵੇਂ ਵਹਿਮ ਕਰ ਰਹੇ, ਦਿਨੇ ਸੁਪਨੇ ਵੇਖੀ ਜਾ ਰਹੇ ਹੋ। ਤੈਨੂੰ ਨਹੀਂ ਦਿਸਦਾ, ਤੂੰ ਅੰਨੀ ਹੈ। ਕਬੀਰ ਮੇਰੇ ਨਾਲ ਬੈਠਾ ਸੀ, ਮੇਰੇ ਕੋਲੇ ਖਲੋਤਾ ਸੀ। ਕੋਈ ਜਾਦੂਗਰ ਕਬੀਰ ਹੈ? ਪਰਛਾਵੇਂ ਵਾਂਗ ਨਾਲ ਚਿੰਮੜ ਗਿਆ। ਮੈਂ ਕੀ ਕਰਾਂ ਸ਼ੂਦਰ ਕਬੀਰ? ਮੁਕੰਦ ਨੇ ਦੁਹਾਈ ਪਾਈ। ਕੀ ਤੁਸੀਂ ਉਸਦੇ ਨਾਲ ਝਗੜੇ ਸੀ? ਆਹੋ, ਉਹ ਸਵੇਰੇ ਮੱਥੇ ਲੱਗਿਆ ਸੀ, 1 ਵਾਰੀ ਨਹੀਂ 3 ਵਾਰੀ। ਉਸਦੇ ਕੋਲੋਂ ਖਿਮਾ ਮੰਗ ਲਓ, ਉਹ ਹਰੀ ਭਗਤ ਹੈ, ਦੱਸਦੀ ਹੈ। ਇਹ ਕੀ ਆਖਿਆ ਈ? ਬ੍ਰਾਹਮਣ ਸ਼ੂਦਰ ਕੋਲੋਂ ਖਿਮਾ ਮੰਗੇ? ਬ੍ਰਾਹਮਣ ਸ਼ੂਦਰ ਦੇ ਪੈਰੀ ਪਵੇ? ਕਲਯੁਗ ਹਨੇਰ, ਇਹ ਨਹੀਂ ਹੋ ਸਕਦਾ। ਬ੍ਰਾਹਮਣ ਕੂਕ ਕੇ ਜਾਨ ਗਵਾਉਣੀ ਜੋ। ਚਲੋ ਮੇਰੇ ਨਾਲ, ਕਬੀਰ ਜੀ ਦੇ ਕੋਲੋਂ ਖਿਮਾ ਮੰਗੋ। ਨਹੀਂ ਮੰਗਣੀ ਤੇ ਮੈਂ ਮੰਗ ਲਵਾਂਗੀ। ਉਹ ਹਰੀ ਭਗਤ ਹਨ। ਹਰੀ ਭਗਤ ਦਾ ਦਿੱਤਾ ਹੋਇਆ ਸ਼ਰਾਪ ਭਗਵਾਨ ਟਾਲ ਨਹੀਂ ਸਕਦਾ। ਛੇਤੀ ਕਰੋ, ਚਲੋ, ਪਾਗਲ ਹੋ ਜਾਓਗੇ। ਮੈਨੂੰ ਰੰਡੀ ਨਾ ਕਰੋ। ਮੈਂ ਖਿਮਾ ਨਹੀਂ ਮੰਗਣੀ, ਮੈਂ ਕਬੀਰ ਦਾ ਸਿਰ ਪਾੜ ਦੇਣਾ। ਹਟ ਜਾ ਪਰੇ, ਮੈਂ ਉਸਨੂੰ ਮਾਰ ਦਿਆਂਗਾ। ਉਹ ਜਾਦੂਗਰ ਨਹੀਂ, ਮੇਰੇ ਮਨ ਦਾ ਡਰ ਹੈ। ਮੇਰੀਆਂ ਅੱਖਾਂ ਸੁਪਨੇ ਦੇ ਨਿਆਈ ਉਸ ਕਬੀਰ ਨੂੰ ਦੇਖ ਰਹੀਆਂ ਹਨ। ਮੈਂ ਉਸਨੂੰ ਮਾਰ ਦਿਆਂਗਾ। ਇਉਂ ਆਖ ਮੁਕੰਦ ਨੇ ਆਪਣੀ ਇਸਤਰੀ ਕੋਲੋਂ ਬਾਂਹ ਛੁਡਾ ਲਈ। ਮੱਲੋ ਮੱਲੀ ਬਾਹਰ ਨੂੰ ਭੱਜ ਉੱਠਿਆ। ਬਾਹਰਲਾ ਬੂਹਾ ਖੁੱਲ੍ਹਾ ਸੀ। ਪੰਡਤਾਣੀ ਦੇ ਖਿਆਲ 'ਚ ਕੁੰਡਾ ਵੱਜਿਆ ਹੈ, ਪਰ ਉਹ ਖੁੱਲ੍ਹਾ ਸੀ। ਕਿਵੇਂ ਖੁੱਲ੍ਹ ਗਿਆ? ਇਸ ਗੱਲੋਂ ਉਹ ਵੀ ਹੈਰਾਨ ਸੀ। ਅੱਗੇ ਪੰਡਤ ਮੁਕੰਦ ਤੇ ਪਿੱਛੇ ਉਹਦੀ ਇਸਤਰੀ ਦੋਨੇ ਨੱਸੇ ਜਾਂਦੇ ਸਨ। ਇਸਤਰੀ ਨੇ ਰੌਲਾ ਪਾਇਆ, ਫੜੋ, ਮੇਰਾ ਪਤੀ ਸ਼ੁਦਾਈ ਹੋ ਗਿਆ, ਫੜ ਲਓ ਵੇ ਲੋਕੋ, ਕਿਸੇ ਦਾ ਖੂਨ ਕਰ ਦੇਵੇਗਾ। ਇਸਤਰੀ ਦੇ ਇਹ ਬੋਲ ਸੁਣ ਕੇ ਪੰਡਤ ਮੁਕੰਦ ਦੇ ਪਿੱਛੇ ਲੋਕ ਦੌੜਨ ਲੱਗ ਪਏ। ਲੋਕਾਂ ਨੂੰ ਪਿੱਛੇ ਆਉਂਦਿਆਂ ਵੇਖ ਮੁਕੰਦ ਹੋਰ ਜ਼ੋਰ ਦੀ ਨੱਸਣ ਲੱਗਾ। ਨੱਸਦੇ ਦੀ ਧੋਤੀ ਖੁੱਲ ਗਈ। ਉਸਨੂੰ ਇਕੱਠੀ ਕਰਦਾ ਹੋਇਆ ਵੀ ਨੱਸਦਾ ਹੀ ਗਿਆ। ਸ਼ੋਰ ਮੱਚ ਗਿਆ। ਪੰਡਤ ਮੁਕੰਦ ਪਾਗਲ ਹੋ ਗਿਆ ਦਾ ਵਾਕ ਹਰ ਉਸ ਮਨੁੱਖ ਦੀ ਜ਼ੁਬਾਨ ਤੇ ਸੀ ਜਿਸ ਨੇ ਮੁਕੰਦ ਨੂੰ ਵੇਖਿਆ। ਕਬੀਰ ਜੀ ਇਸ਼ਨਾਨ ਕਰਕੇ ਹਜੇ ਘਰ ਪਹੁੰਚੇ ਨਹੀਂ ਸੀ। ਪੁੱਜੇ ਅਜੇ ਰਾਹ ਵਿੱਚ ਹੀ ਆ ਰਹੇ ਸੀ ਕਿ ਮੁਕੰਦ ਦਾ ਉਹਨਾਂ ਦੇ ਨਾਲ ਮੇਲ ਹੋ ਗਿਆ। ਲੀਲਾ ਭਗਵਾਨ ਕਰ ਰਿਹਾ ਸੀ। ਮੁਕੰਦ ਨੇ ਹੱਥ ਵਿੱਚ ਪੱਕੀ ਇੱਟ ਪਕੜੀ ਹੋਈ ਸੀ। ਕਬੀਰ ਜੀ ਨੂੰ ਵੇਖਦੇ ਸਾਰ ਉਸਨੇ ਜ਼ੋਰ ਨਾਲ ਉਹ ਇੱਟ ਕਬੀਰ ਜੀ ਨੂੰ ਮਾਰਤੀ। ਇੱਟ ਮੱਥੇ ਵਿੱਚ ਵੱਜੀ। ਇੱਟ ਟੁੱਟ ਕੇ ਭੌਂ ਤੇ ਡਿੱਗ ਪਈ, ਪਰ ਕਬੀਰ ਜੀ ਨੂੰ ਸੱਟ ਨਾ ਲੱਗੀ, ਕੋਈ ਦਾਗ ਨਾ ਪਿਆ। ਇਸ ਤਰ੍ਹਾਂ ਵੱਜੀ ਜਿਵੇਂ ਫੁੱਲ ਵੱਜਦਾ ਹੋਵੇ। ਇੱਟ ਵੱਜੀ ਵੇਖ ਕੇ ਮਹਿਸੂਸ ਕਰਕੇ ਕਬੀਰ ਜੀ ਨੂੰ ਕ੍ਰੋਧ ਨਹੀਂ ਆਇਆ। ਉਹ ਆਪਣੇ ਕੁਦਰਤੀ ਸੁਭਾਅ ਦੇ ਅਨੁਸਾਰ ਮੁਸਕਰਾ ਪਏ। ਕਿਉਂ ਪੰਡਤ ਜੀ, ਇੰਨੇ ਕ੍ਰੋਧਵਾਨ ਕਿਉਂ ਜੇ? ਇਹ ਆਖਣ ਦੀ ਢਿੱਲ ਸੀ ਕਿ ਮੁਕੰਦ ਦਾ ਗੁੱਸਾ ਲੱਥ ਗਿਆ। ਉਸਨੂੰ ਸੂਝ ਪੈ ਗਈ। ਉਸਦੇ ਕਪਾਟ ਖੁੱਲ੍ਹ ਗਏ। ਜਨਮ ਦੀ ਆਤਮਾ ਨੂੰ ਲਾਗੀ ਕਾਲਖ ਧੋਤੀ ਗਈ। ਕੁੰਦਨ ਹੋ ਕੇ ਪੰਡਤ ਮੁਕੰਦ ਕਬੀਰ ਦੇ ਚਰਨਾਂ ਤੇ ਡਿੱਗ ਪਿਆ। ਲੋਕ ਵੀ ਨੇੜੇ ਪੁੱਜ ਗਏ। ਇਹ ਕੌਤਕ ਵੇਖਦੇ ਰਹੇ। ਕਬੀਰ ਜੀ ਮੁਕੰਦ ਨੂੰ ਚਰਨਾਂ ਤੋਂ ਉਠਾਇਆ ਤੇ ਆਖਿਆ, ਮੁਕੰਦ ਉੱਠ, ਰਾਮ ਕਹੋ, ਰਾਮ ਨੇ ਤੇਰੇ ਤੇ ਕਿਰਪਾ ਕੀਤੀ ਹੈ। ਉਸ ਦਿਨ ਤੋਂ ਮੁਕੰਦ ਪੰਡਿਤ ਕਬੀਰ ਜੀ ਦਾ ਸ਼ਿਸ਼ ਹੋ ਗਿਆ। ਸੱਚੇ ਦਿਲ ਦੇ ਨਾਲ ਰਾਮ ਨਾਮ ਦਾ ਸਿਮਰਨ ਕਰਨ ਲੱਗਾ। ਉਸ ਨੂੰ ਸ਼ਿਸ਼ ਬਣਿਆ ਵੇਖ ਕਾਂਸ਼ੀ ਦੇ ਪੰਡਤ ਬਹੁਤ ਤੜਫੇ। ਉਹ ਖਾਮ-ਖਾਂ ਕਬੀਰ ਜੀ ਦੇ ਨਾਲ ਈਰਖਾ ਕਰਨ ਲੱਗੇ। ਬ੍ਰਾਹਮਣ ਤੋਂ ਬਿਨਾਂ ਕੋਈ ਭਗਤ ਨਹੀਂ ਹੋ ਸਕਦਾ। ਜਨੇਊ ਪਾਉਂਦਾ ਹੈ ਪੰਡਤ ਕਬੀਰ, ਨਾ ਜਨੇਊ ਪਾਉਂਦਾ ਹੈ, ਨਾ ਵੇਦ ਮੰਤਰਾਂ ਨੂੰ ਜਾਣਦਾ ਹੈ। ਅਨਪੜ੍ਹ ਜੁਲਾਹਾ ਕਿਵੇਂ ਭਗਤ ਬਣ ਸਕਦਾ ਹੈ? ਲੋਕ ਉਸਦੇ ਚੇਲੇ ਕਿਉਂ ਬਣਦੇ ਹਨ? ਉਹਨਾਂ ਗਿਆਨੀਆਂ ਤੇ ਹੰਕਾਰੀਆਂ ਨੂੰ ਸਮਝਾਉਣ ਵਾਸਤੇ ਕਬੀਰ ਜੀ ਨੇ ਬਾਣੀ ਉਚਾਰੀ, ਹਮ ਘਰ ਸੂਤ ਤਨੇ ਨਿਤ ਤਾਨਾ, ਕੰਠ ਜਨੇਊ ਤੁਮਾਰੇ,
तुम तो वेद पढ़ो गायत्री गोविंद हृदय हमारे। मेरी जेवा बिसन नैन नारायण हृदय बसे गोविंदा। जम द्वार जब पूछस बवरे तब क्या कहत मुकंदा। रहाऊ। हम गोरु तुम द्वार गुसाई जन्म जन्म रखवारे। कभू न पार उतार चुरायर कैसे खसम हमारे। तू ब्राह्मण मैं काशी को जुल्हा बुझो मोर ज्ञाना। तुम तो जाचे पुत्र राजे हर स्यों मोर ਧਿਆਨਾ। ਪਰਮਾਰਥ ਭੰਡ ਤੋਂ ਸਾਡੇ ਘਰ ਤਾਂ ਸੂਤਰ ਦੀਆਂ ਤਣੀਆਂ ਤਾਣੀਆਂ ਜਾਂਦੀਆਂ ਨੇ। ਤੁਸੀਂ 2 ਕੁ ਰਤੀਆਂ ਸੂਤਰ ਗਲ 'ਚ ਪਾ ਕੇ ਆਖਦੇ ਜੇ ਜਨੇਊ ਪਾਇਆ ਹੋਇਆ ਹੈ। ਤੁਸੀਂ ਤਾਂ ਸਿਰਫ ਇੱਕ ਤੰਦ ਹੀ ਪਾਈ ਫਿਰਦੇ ਜੇ। ਸਾਧ ਦੀ ਸੰਗਤ ਦੇ ਗੁਣ। ਕਬੀਰ ਜੀ ਹੁਣ ਵੱਡੇ ਭਗਤ ਹੋ ਗਏ ਸੀ। ਉਹਨਾਂ ਦੀ ਭਗਤੀ ਤੇ ਸੂਝ-ਬੂਝ ਦੀ ਚਰਚਾ ਸੁਗੰਧੀ ਦੀ ਤਰ੍ਹਾਂ ਦੂਰ ਦੂਰ ਤੱਕ ਖਿਲਰ ਗਈ ਸੀ। ਕਈ ਗੋਬਿੰਦ ਲੋਕ ਚਰਚਾ ਕਰਨ ਵਾਸਤੇ ਆ ਜਾਂਦੇ। ਸਵੇਰ ਤੋਂ ਸ਼ਾਮ ਤੱਕ ਕਬੀਰ ਦੇ ਘਰ ਰੌਣਕ ਰਹਿੰਦੀ। ਕੋਈ ਗੋਬਿੰਦ ਲੋਕ ਕਬੀਰ ਦੇ ਕੋਲੋਂ ਭੋਜਨ ਖਾ ਕੇ ਉਸਦੇ ਹੀ ਘਰ ਲੇਟੇ ਰਹਿੰਦੇ। ਇੱਕ ਦਿਨ 3-4 ਰਾਮਜਨ ਆ ਗਏ। ਬੈਠ ਕੇ ਸਾਹ ਲੈਣ ਪਿੱਛੋਂ ਉਹਨਾਂ ਨੇ ਕਬੀਰ ਜੀ ਦੇ ਨਾਲ ਬਚਨ ਵਿਨਾਸ਼ ਕਰਨਾ ਸ਼ੁਰੂ ਕੀਤਾ। ਇੱਕ ਸਾਧੂ ਨੇ ਪੁੱਛਿਆ, ਕਬੀਰ ਜੀ ਦੱਸੋ ਜੀਵ ਨੂੰ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ ਹੈ? ਸੁੱਖ ਦੇ ਸਾਧਨ ਕਿਵੇਂ ਪ੍ਰਾਪਤ ਹੋਣ? ਸਾਧੂ ਦੇ ਇਸ ਬਚਨ ਨੂੰ ਸੁਣ ਕੇ ਕਬੀਰ ਜੀ ਨੇ ਫਰਮਾਇਆ, ਸੁਣੋ ਸਾਧੋ, ਸੁੱਖ ਦੀ ਪ੍ਰਾਪਤੀ ਦਾ ਇਹ ਰਾਹ ਹੈ। ਅੰਧਕਾਰ ਸੁੱਖ ਕਬਹੂ ਨਾ ਸੋਈ ਹੈ। ਰਾਜਾ ਰੰਕ ਦੋ ਮਿਲ ਰੋਈ ਹੈ। ਭਰਮਾਂ ਤੇ ਅਗਿਆਨਤਾ ਦੇ ਹਨੇਰਿਆਂ ਦੇ ਵਿੱਚ ਸੁੱਖ ਪ੍ਰਾਪਤ ਨਹੀਂ ਹੁੰਦਾ ਤੇ ਗਰੀਬ ਦੋਵੇਂ ਹੀ ਹਨੇਰੇ ਵਿੱਚ ਠੋਕਰਾਂ ਖਾਂਦੇ ਹੋਏ ਉੱਠ ਉਠਾਉਂਦੇ ਹਨ। ਹਨੇਰਾ ਦੂਰ ਹੋ ਸਕਦਾ ਹੈ ਸਾਧ ਸੰਗਤ ਵਿੱਚ ਜਾ ਕੇ ਗਿਆਨ ਸੁਣਦਿਆਂ। ਜਦੋਂ ਹੀ ਗਿਆਨ ਸੁਣ ਕੇ ਅਮਲ ਕਰਨ ਲੱਗ ਪੈਂਦੇ ਹਾਂ ਤਾਂ ਜਨਮ ਮਰਨ ਮਿਟ ਜਾਂਦਾ ਹੈ। ਜੋ ਪੈ ਰਸਨਾ ਰਾਮ ਨਾ ਕਹਿਬੋ ਉਪਜਤ ਬਿਨਸਤ ਰੋਵਤ ਰਹਿਬੋ। ਰਹਾਓ। ਪਰ ਜੇ ਜੀਵ ਤੋਂ ਰਾਮ ਨਾਮ ਦਾ ਸਿਮਰਨ ਕੀਤਾ ਜਾਵੇ ਤਾਂ ਦੁੱਖ ਹੀ ਕੱਟੇ ਜਾਂਦੇ ਹਨ, ਕਿਉਂਕਿ ਜਨਮ ਤੇ ਮਰਨ ਦੇ ਚੱਕਰ ਨੇ ਇਹ ਅਟੱਲ ਚੱਲਦੇ ਰਹਿੰਦੇ ਹਨ। ਜਿਹੜੇ ਲੋਕ ਇਹ ਵਿਚਾਰ ਕਰਦੇ ਹਨ ਕਿ ਸਵਰਗ ਬੈਕੁੰਠ ਦੇ ਵਿੱਚ ਵਿਸ਼ੇਸ਼ ਥਾਂ ਦੇ ਉੱਥੇ ਪੁੱਜ ਕੇ ਸੁੱਖ ਸ਼ਾਂਤੀ ਹਾਸਲ ਹੋਵੇਗੀ, ਇਹ ਝੂਠ ਹੈ, ਕਿਉਂਕਿ ਬਹੁਤੇ ਗੱਲਾਂ ਦੇ ਨਾਲ ਬੈਕੁੰਠ ਭੇਜਣ ਤੇ ਜਾਣ ਵਾਲੇ ਹਨ। ਅਸਲੀ ਜੀਵਨ ਬੈਕੁੰਠ ਪੁੱਜਣਾ ਹੀ ਨਹੀਂ, ਨਾ ਹੀ ਉਹ ਜਾਣਦੇ ਨੇ ਕਿ ਬੈਕੁੰਠ ਕਿੱਥੇ ਹੈ। ਜੋ ਜਨ ਪਰਮਿਤ ਪਰਮ ਨਾ ਜਾਨਾ, ਬਾਤਨ ਹੀ ਬੈਕੁੰਠ ਸਮਾਨਾ। ਨਾ ਜਾਨਾ ਬੈਕੁੰਠ ਕਹਾਹੀ, ਜਾਨ ਜਾਨ ਸਭ ਕਹੇ ਤਹਾਹੀ। ਰਹਾਓ। ਕਹਿਨ ਕਹਾਵਨ ਨਹਿ ਪਤਿਆਈ ਹੈ, ਤਉ ਮਨ ਜਾਨੇ ਜਾਤੇ ਹੋਮੈ ਜਈ ਹੈ। जब लग मन बैकुंठ की आस, तब लग होए नहीं चरण निवास। कह कबीर ए कहिए काहे, साध संगत बैकुंठ आहे। पौड़ी। हे राम जनो, जिन्ना चिर वड्डे प्रभु परमात्मा की जान पछाण ना कर सकीए, उन्ना चिर भला सुख स्वर्ग जां बैकुंठ की आस रखनी हवा नूं तलवारां मारनियां हन। मैं ये आखदा हाँ कि मैनूं तां पता नहीं बैकुंठ कित्थे है। ਜਦੋਂ ਪੁੱਛੀਏ ਇਹੋ ਦੱਸਦੇ ਹਨ ਕਿ ਬੈਕੁੰਠ ਚੱਲਾਂਗੇ, ਪਰ ਕਿੱਥੇ ਜਾਣਗੇ? ਮੈਂ ਤਾਂ ਆਖਦਾ ਹਾਂ ਨਿਰਾ ਕਹਿਣ ਦੀ ਗੱਲ ਨਹੀਂ, ਜਦੋਂ ਦਿਲੋਂ ਹਉਮੈ ਚਲੀ ਜਾਵੇਗੀ ਤਾਂ ਕੁਦਰਤੀ ਬੈਕੁੰਠ ਦੇ ਨੇੜੇ ਪੁੱਜ ਜਾਈਦਾ ਹੈ। ਜੇ ਨਿਰੀ ਬੈਕੁੰਠ ਦੀ ਆਸ ਰੱਖੇ ਤਾਂ ਕੁਦਰਤੀ ਬੈਕੁੰਠ ਵੱਲ ਨਹੀਂ ਜਾ ਸਕਦਾ। ਪਰ ਕਬੀਰ ਤਾਂ ਇਹੋ ਆਖਦਾ ਹੈ, ਭਾਈ ਸਾਧ ਸੰਗਤ ਬੈਕੁੰਠ ਹੈ, ਇੱਥੋਂ ਤਾਂ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਪਰ ਦੁਨੀਆ ਕੀ ਕਰਦੀ ਹੈ? ਸੁਖ ਮੰਗਤ ਦੁੱਖ ਆਗਲ ਆਵੇ, ਸੋ ਸੁਖ ਹਸੋ ਨਾ ਮੰਗਿਆ ਪਾਵੇ। ਵਿਖਿਆ ਅਜਹ ਸੁਰਤ ਸੁਖ ਆਸਾ, ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ। ਰਹਾਓ। ਮਨ ਤਾਂ ਵਿਸ਼ਿਆਂ ਦੇ ਵਿੱਚ ਜੋੜੀ ਰੱਖਦੇ ਹਨ, ਪਰ ਇੱਛਾ ਸੁੱਖ ਦੀ ਲੋੜਦੇ ਹਨ। ਜੇ ਸੁੱਖ ਦੀ ਇੱਛਾ ਹੈ ਤਾਂ ਰਾਮ ਨਾਮ ਦਾ ਸਿਮਰਨ ਕਰੋ, ਸਾਧ ਸੰਗਤ ਵਿੱਚ ਪੁੱਜ ਕੇ ਲਾਭ ਉਠਾਇਆ ਕਰੋ। ਕਬੀਰ ਜੀ ਦੇ ਇਹ ਅਮੋਲਕ ਬਚਨ ਸੁਣ ਕੇ ਸਾਧੂ ਬਹੁਤ ਪ੍ਰਸੰਨ ਹੋਏ। ਮਨ ਹੀ ਮਨ ਵਿੱਚ ਕਬੀਰ ਜੀ ਦੀ ਉਪਮਾ ਕਰਨ ਲੱਗੇ। ਸਾਧਕ ਸਿੱਧ ਸਗਲ ਮਨ ਹਾਰੇ, ਏਕ ਨਾਮ ਕਲਿਪਤਰ ਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।